नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर तरनतारन रोड पर एक कार और ऑटो में हुई भीषण टक्कर, 4 की मौत, 6 गंभीर घायल। अमृतसर में सीआरपीएफ के पूर्व डीएसपी ने बेटे और पत्नी पर चलाई गोलियां, बेटे की हुई मौत, पत्नी गंभीर घायल। अमृतसर कमिश्नरेट पुलिस ने एक अंतर्राष्ट्रीय रैकेट का किया पर्दाफाश, 1 किलो हेरोइन, 5 आधुनिक पिस्तौल और 9,70,000 रुपयों की ड्रग मनी सहित 9 आरोपी किए काबू। और अब हलचल विस्तार से। अमृतसर तरनतारन रोड पर टहला साहिब गुरुद्वारा के नजदीक एक कार और ऑटो में भीषण टक्कर हो गई, जिस कारण ऑटो में सवार 4 लोगों की मौत हो गई, जबकि बाकी लोग गंभीर रूप से घायल हो गए। तो वहीं कार चालक भी गंभीर रूप से घायल हो गया। सूत्रों से मिली जानकारी के अनुसार कार चालक ने शराब पी हुई थी। इस संबंध में जानकारी देते हुए पुलिस जांच अधिकारी ने कहा कि उन्हें इस घटना की सूचना मिली थी, जिसके बाद वे मौके पर पहुंचे, जहां ऑटो और स्विफ्ट कार में टक्कर हुई। उन्होंने बताया कि ऑटो में 9 के करीब सवारियां मौजूद थी, जिनमें से 4 की मौत हो गई है, जबकि 5 लोग गंभीर रूप से घायल हो गए हैं, जिन्हें उपचार हेतु अस्पताल में भर्ती करवाया। उन्होंने बताया कि मृतकों के पारिवारिक सदस्यों के बयानों के आधार पर मामला दर्ज कर सख्त कार्रवाई की जाएगी। अमृतसर से हलचल के लिए सुनील खोसला की रिपोर्ट। कार सिंह पंडोई राणा सिंह जी। देखो ये 10-15 मिनट बापू जी ये इधरों मतलब आए ही अपने पोतरी नूं बच्चा आया ਉਹਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨੌਰ ਸਿੰਘ ਸਮਾਧ ਤੋਂ ਚੜਾ ਕੇ ਗਏ। ਬਾਪੂ ਜੀ ਗਾਰਡ ਦੇ ਸ਼ੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ। ਅਜੇ ਅਸੀਂ ਪਹੁੰਚਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚਲ ਗਿਆ ਵੀ ਐਕਸੀਡੈਂਟ ਹੋ ਗਿਆ। ਵੇਖੋ ਪ੍ਰਸ਼ਾਸਨ ਹੁਣ ਵੇਖੋ ਇਸ ਤਰ੍ਹਾਂ ਲਾਸ਼ਾਂ ਪਈਆਂ, ਘੰਟਾ ਹੋ ਗਿਆ ਲਾਸ਼ਾਂ ਪਈਆਂ ਨੂੰ, ਕੋਈ ਪ੍ਰਸ਼ਾਸਨ ਨਹੀਂ ਕਰਨ ਡਿਆ ਗੱਲ। ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ, ਮੈਂ ਪੰਡੋਈ ਰਾਣਾ ਸਿੰਘ ਦਾ ਆਗੂ ਹਾਂ ਪਿੰਡ ਦਾ, ਜੇ ਅਸੀਂ ਆਪਣੀ ਇਕਾਈ ਤੇ ਕੋਈ ਡਿਸੀਜ਼ਨ ਲਿਆ ਫਿਰ ਆਖਣਾ ਵੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ, ਇਹ ਚੀਜ਼ਾਂ ਹੁੰਦੀਆਂ। ਵੇਖੋ ਹੁਣ ਤੇ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ। ਜੇ ਅਸੀਂ ਕੋਈ ਧਰਨਾ ਲਾਉਂਦੇ, ਕੋਈ ਮੁਜ਼ਾਹਰਾ ਕਰਦੇ ਆ ਤੇ ਫਿਰ ਆਖਣਾ ਜੀ ਇਹ ਜਥੇਬੰਦੀਆਂ ਗਲਤ ਆ। ਅਸੀਂ ਕਹਿੰਦੇ ਵੀ ਇਨਸਾਫ ਹੋਣਾ ਚਾਹੀਦਾ। ਰੌਂਗ ਸਾਈਡ ਤੋਂ ਗੱਡੀ ਆਈ ਆ, ਗੱਡੀ ਦੇ ਹਾਲਤ ਵੇਖ ਲਓ ਤੇ ਉਹ ਬਜ਼ੁਰਗ ਦੀ ਜਾਨ ਤੇ ਹੁਣ ਚਲ ਗਿਆ। ਉਹ ਜਿਹੜੇ ਘਰ ਦਾ ਟੇਬੂ ਚਾਹੁੰਦਾ ਸੀ ਕਿ 1 ਜੀ ਕਿ 2 ਜੀ, ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਗੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ। ਦੇਖੋ ਇਹ ਸੰਗਰਾਣਾ ਸਾਹਿਬ ਦੇ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਕਾਰ ਤੇ ਆਟੋ ਦਾ। ਕਾਰ 'ਚ ਇੱਕ ਜਣਾ ਸੀ ਤੇ ਆਟੋ 'ਚ 9 ਜਣੇ ਸੀ, ਜਿਹਦੇ ਤੋਂ 4 ਜਣੇ ਦੀ ਕੈਜੂਅਲਟੀ ਹੋ ਗਈ ਹੈ ਤੇ ਬਾਕੀ ਅੰਡਰ ਟ੍ਰੀਟਮੈਂਟ ਹੈ। ਗਲਤੀ ਕੀਤੀ ਹੈ ਦੇਖੋ ਜੀ ਇਹ ਵੈਰੀਫਾਈ ਕਰ ਰਹੇ ਆ ਉੱਥੇ ਮੌਕੇ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ, ਕਿਉਂਕਿ ਹਜੇ ਕੋਈ ਵੀ ਬਿਆਨ ਦੇਣ ਦੇ ਕਾਬਿਲ ਨਹੀਂਗਾ। ਜਿਵੇਂ ਕੋਈ ਸਟੇਬਲ ਹੁੰਦਾ ਹੈ ਤੇ ਆਪਾਂ ਉਹਨਾਂ ਤੋਂ ਪਤਾ ਲੱਗ ਸਕਦਾ ਵੀ ਆਪਾਂ ਨੂੰ ਐਕਚੁਅਲੀ ਹੋਇਆ ਕੀ ਹੈ। ਪਰ ਇਹ ਆ ਵੀ ਫਿਲਹਾਲ ਕੈਜੂਅਲਟੀ ਹੋਈ ਹੈ ਤੇ ਜਿਹੜੇ ਮਤਲਬ ਹੈਗੇ ਆ, ਜਿਹੜੇ ਅਲਾਈਵ ਆ, ਉਹ ਵੀ ਹਜੇ ਅਨਕੌਂਸ਼ੀਅਸ ਆ। ਗੱਡੀ 'ਚ ਇਕੱਲਾ? ਹਾਂਜੀ ਗੱਡੀ ਤੇ ਇਕੱਲਾ ਤੇ ਵੈਰੀਫਾਈ ਹੋਇਆ? ਅਸੀਂ ਵੈਰੀਫਾਈ ਕਰ ਰਹੇ ਹਾਂ ਜੀ, ਹਜੇ ਜਿੱਦਾਂ ਹੀ ਵੈਰੀਫਾਈ ਹੁੰਦਾ ਮੈਂ ਤੁਹਾਨੂੰ ਅੱਗੇ ਦੱਸ ਦੂੰਗੀ। ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੀ ਪਹਿਚਾਣ ਹੋਈ? ਸੌਰੀ, ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੀ ਕੋਈ ਪਹਿਚਾਣ ਹੋਈ? ਹਾਂਜੀ ਹਾਂਜੀ ਬਿਲਕੁਲ, ਉਹਨਾਂ ਦੀ ਫੈਮਿਲੀ ਹੈਗੀ ਆ ਤੇ ਇੱਕ ਫੈਮਿਲੀ ਦੇ ਤਾਂ ਦੋਨੇ ਹਸਬੈਂਡ ਵਾਈਫ ਹੋ ਗਏ ਆ ਤੇ ਬਾਕੀ 2 ਜਣੇ ਆ, ਆਪਾਂ ਪਤਾ ਕਰ ਰਹੇ ਹਾਂ ਵੀ ਕੌਣ ਆ। ਸੁਲਤਾਨਵਿੰਦ ਅੰਮ੍ਰਿਤਸਰ ਦੇ ਨੇ, ਅੰਮ੍ਰਿਤਸਰ ਦੇ ਨੇ। ਟੋਟਲ ਕਿੰਨੇ ਜਾਣੇ ਸੀਗੇ? ਟੋਟਲ ਜੀ 9 ਜਣੇ ਆ, ਜਿਨ੍ਹਾਂ ਚੋਂ 4 ਜਣੇ ਐਕਸਪਾਇਰ ਹੋ ਚੁੱਕੇ ਆ। ਕਿੰਨੇ ਲੇਡੀਜ਼ ਕਿੰਨੇ ਤੇ ਜੈਂਟਸ? ਇੱਕ ਲੇਡੀ ਦੀ ਡੈਥ ਹੋ ਚੁੱਕੀ ਹੈ ਤੇ 2 ਲੇਡੀਜ਼ ਅੰਡਰ ਟ੍ਰੀਟਮੈਂਟ ਆ। ਇੱਕ 5-6 ਜਣੇ ਇੱਕੋ ਫੈਮਿਲੀ ਦੇ ਤੇ ਬਾਕੀ 3 ਜਣੇ ਅਲੱਗ ਆ। ਮੈਮ ਪਤਾ ਲੱਗ ਰਿਹਾ ਕਿ ਡਰਾਈਵਰ ਵੱਲੋਂ ਡਰਿੰਕ ਕੀਤੀ ਗਈ ਹੈ? ਦੇਖੋ ਅਸੀਂ ਤਫਤੀਸ਼ ਕਰ ਰਹੇ ਆ ਤੇ ਅਸੀਂ ਉਹ ਵੀ ਪਤਾ ਕਰ ਰਹੇ ਆ ਵੀ ਉਹ ਕਿਹੜੇ ਹਸਪੀਟਲ 'ਚ ਐਡਮਿਟ ਆ। ਸਾਨੂੰ ਪਤਾ ਲੱਗਿਆ ਵੀ ਐਂਬੂਲੈਂਸ ਉਹਨੂੰ ਵੀ ਲੈ ਕੇ ਗਈ ਹੈ ਤੇ ਜਿੱਦਾਂ ਹੀ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਤੇ ਬਾਕੀ ਜੋ ਵੀ ਇਹਦੇ ਤੇ ਅਸੀਂ ਐਕਸ਼ਨ ਲਵਾਂਗੇ, ਆਪਣਾ ਜੋ ਵੀ बनती कर रही हूँ करेंगे। अमृतसर में एक दिल दहला देने वाली घटना सामने आई है, जहां घरेलू विवाद ने खूनी रूप धारण किया। इस दौरान सीआरपीएफ के पूर्व डीएसपी तरसेम सिंह द्वारा अपने बेटे और पत्नी पर
गोलियां चला दी गई। ये घटना अमृतसर के थाना सदर के बाहर हुई, जहां पर तीनों व्यक्ति जायदाद के विवाद को लेकर थाना पहुंचे थे। प्राप्त जानकारी के अनुसार थाने के अंदर बहस होने के बाद तरसेम सिंह बाहर निकल आया और अपने पास रखी 32 बोर की पिस्तौल से गोलियां चला दी, जिस कारण उसका बेटा बचतर सिंह की मौके पर ही मौत हो गई, जबकि उसकी पत्नी गंभीर रूप से घायल हो गई, जिसे तुरंत गुरु नानक देव अस्पताल में भर्ती करवाया गया है। इस संबंध में जानकारी देते हुए एसीपी ऋषभ भोला ने कहा कि सीआरपीएफ के पूर्व डीएसपी तरसेम सिंह ने अपने जायदाद के झगड़े को लेकर बेटे और पत्नी को गोलियां मार दी। उन्होंने बताया कि पत्नी की हालत गंभीर बनी हुई है। उन्होंने कहा कि तरसेम सिंह को मौके पर ही काबू कर उसके पास से हथियार बरामद किए गए। फिलहाल मामले की गंभीरता से जांच की जा रही है। जांच के बाद बनती कार्रवाई की जाएगी। अमृतसर से हलचल के लिए सुनील खोसला की रिपोर्ट। जी, ਇਹ ओरिजिनली ਰਾਜਾ ਸਾਂਸੀ ਤੋਂ ਹੈ। ਦੇ ਵਰ ਪਾਸਿੰਗ ਬਾਏ ਤੇ ਹਸਪੀਟਲ ਦੇ ਕੋਲ ਇਹਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ, ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ। ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾਬੰਦੀ ਹੈ ਇੱਥੇ ਲੱਗੀ ਹੋਈ ਹੈ, ਆਈ ਵੁੱਡ ਰੀਅਲੀ ਕਮੈਂਡ them, ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰਪਾਵਰ ਕਰਨਾ ਕਰੇਜ ਦਾ ਗੱਲ ਹੈਗੀ ਜੀ। ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ, ਤੇ ਉਹਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਹੈ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ। ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕਿਉਂ ਚਲਾਈ ਗਈ? ਕਾਰਨ ਇਹੀ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ। 2 ਮੈਰਿਜਸ ਸੀਗੇ, ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ 'ਚ ਰਹਿੰਦਾ ਸੀਗਾ ਤੂੰ ਤੂੰ ਮੈਂ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ। ਜਿਸ ਪਿਸਤੌਲ ਨਾਲ ਘਟਨਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸੀ ਸੀ ਪਿਸਤੌਲ? ਹਾਂਜੀ, ਇਹ ਲਾਇਸੈਂਸ ਸੀਗਾ। ਇਹ ਸੀਆਰਪੀਐਫ ਦੇ ਫਾਰਮਰ EMPLOYE ਹੈਗੇ ਜੀ, ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ, ਤਾਂ ਇਹਨਾਂ ਕੋਲ ਲਾਇਸੈਂਸਡ ਵੈਪਨ ਸੀਗਾ। ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਵੱਲੋਂ ਗੋਲੀ ਚੱਲੀ? ਹਾਂਜੀ, ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਅ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰਪਾਵਰ ਕੀਤਾ। ਕਿਸੇ ਜਿਸਨੇ ਫਾਇਰ ਕੀਤਾ ਹੋਵੇ, ਜਿਹਦੇ ਕੋਲ ਵੈਪਨ ਹੋਵੇ, ਉਹਨੂੰ ਕਾਫੀ ਕਰੇਜੀਅਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰਪਾਵਰ ਕਰਨਾ। ਕੀ ਕੰਡੀਸ਼ਨ ਨੂੰ ਗੋਲੀਆਂ ਵੱਜੀਆਂ? ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ, ਬਾਕੀ ਨੂੰ ਹਸਪੀਟਲ ਲੈ ਕੇ ਗਏ ਹੋਏ ਆ। ਇੱਕ ਥੋੜਾ ਕ੍ਰਿਟੀਕਲੀ ਇਲ ਹੈ, ਉਹਦਾ ਇਲਾਜ ਚੱਲ ਰਿਹਾ। ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ, ਤੇ ਉਹਦੇ ਤੇ ਹਲੇ ਹੋਰ ਤਫਤੀਸ਼ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ। ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸ ਸਮੇਂ? ਹਲੇ ਇੱਕ ਤਾਂ ਦੇਖੋ ਜਦ ਪੱਕਾ ਹੀ ਹੈਗਾ, ਬਟ ਵੀਲ ਸੀ ਐਗਜ਼ੈਕਟ, ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ। ਟੋਟਲ ਕਿੰਨੇ ਜਾਣੇ ਸੀ ਤੇ ਕਾਹਦੇ ਤੇ ਸੀ? ਇੱਕ ਸੀਗੇ ਦੇਖੋ, ਇੱਕ ਇਹਨਾਂ ਦੀ ਐਕਸ ਵਾਈਫ ਸੀਗੀ, ਬੇਟਾ ਸੀਗਾ ਤੇ ਨਾਲ ਨੂੰਹ ਸੀਗੀ। ਬੇਟੇ ਦੇ ਤਾਂ ਕਲੀਅਰ ਕੱਟ ਇੰਜਰੀਜ਼ ਤੇ ਹੀ ਇਜ਼ ਕ੍ਰਿਟੀਕਲੀ ਇਲ। ਬਾਕੀ ਦੀ ਇਸ ਦੀ ਪੁਸ਼ਟੀ ਕਰ ਰਹੇ ਹਾਂ ਹਸਪੀਟਲ ਦੇ ਵਿੱਚ, ਕਿਉਂਕਿ ਹੁਣੀ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇਹਦੇ ਤੇ ਵਰਕ ਕਰ ਰਹੇ ਹਾਂ ਜੀ। ਹਸਪੀਟਲ ਕਿਹੜੇ ਦਾਖਲ ਕਰਾਇਆ ਗਿਆ ਸਰ? ਨਾਲ ਦੀ ਹਸਪੀਟਲ ਦੇ ਵਿੱਚ, ਇੱਥੇ ਗੁਰੂ ਨਾਨਕ ਹਸਪੀਟਲ ਦੇ ਵਿੱਚ ਜੀ। अमृतसर कमिश्नरेट पुलिस ने एक अंतर्राष्ट्रीय रैकेट का पर्दाफाश कर 9 नौजवानों को काबू करने में सफलता हासिल की है। इस संबंध में जानकारी देते हुए एक प्रेस वार्ता के दौरान अमृतसर पुलिस कमिश्नर गुरप्रीत सिंह भुल्लर ने बताया कि पकड़े गए नौजवान दिल्ली, कर्नाटक और दुबई तक ये रैकेट चला रहे थे। गिरफ्तार किए गए नौजवानों में से 2 नौजवान हाल ही में मलेशिया से वापस आए थे। उन्होंने कहा कि आरोपियों के पास से 1 किलो हेरोइन, 5 आधुनिक पिस्तौल और 9,70,000 रुपयों की ट्रक मनी भी बरामद की गई है। उन्होंने कहा कि फिलहाल सभी आरोपियों पर मामला दर्ज कर आगे की पूछताछ की जा रही है, जिससे कई बड़े खुलासे होने की संभावना है। अमृतसर से हलचल के लिए सुनील खोसला की रिपोर्ट। ਜੋ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਰਿਗਾਰਡਿੰਗ ਆਰਗੇਨਾਈਜ਼ਡ ਕ੍ਰਾਈਮ ਤੇ ਯੁੱਧ ਨਸ਼ਿਆਂ ਵਿਰੁੱਧ, ਉਹਦੇ 'ਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ। ਇਹਦੇ ਇੱਕ ਨਾਰਕੋ ਆਰਮਸ ਮੋਡਿਊਲ ਤੇ ਇੱਕ ਨਾਰਕੋ ਹਵਾਲਾ ਮੋਡਿਊਲ ਬਸਟ ਕੀਤੇ ਗਏ ਨੇ, ਔਰ ਇਹਦੇ 'ਚ 5 ਸੋਫਿਸਟੀਕੇਟਡ ਵੈਪਨ ਨੇ, ਜਿਹ 'ਚ 3 ਗਲੌਕ ਨੇ 9mm ਦੇ, 2 ਚਾਈਨੀਜ਼ ਮੇਡ .30 ਬੋਰ ਦੇ ਪਿਸਟਲ ਨੇ ਤੇ ਨਾਲ ਕਾਰਟ੍ਰਿਜਸ ਨੇ, 1 ਕਿਲੋ 15 ਗ੍ਰਾਮ ਹੀਰੋਇਨ ਔਰ 9,70,000 ਡਰੱਗ ਮਨੀ ਜਿਹੜੀ ਹਵਾਲਾ ਮਨੀ ਹੈ ਉਹ ਰਿਕਵਰ ਕੀਤੀ ਗਈ ਹੈ। ਇਹਦੇ ਟੋਟਲ ਦੋਨੋਂ ਕੇਸਾਂ 'ਚ ਮਿਲਾ ਕੇ 9 ਬੰਦੇ ਗ੍ਰਿਫਤਾਰ ਹੋਏ ਨੇ। ਜਿਹੜਾ ਨਾਰਕੋ ਆਰਮਸ ਦਾ ਜਿਹੜਾ ਨੈਟਵਰਕ ਹੈ ਮੋਡਿਊਲ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਮਲੇਸ਼ੀਆ ਤੋਂ ਆਏ ਹੋਏ 2 ਬੰਦੇ ਹੈ। ਇਹ ਮਲੇਸ਼ੀਆ ਤੋਂ ਆ ਕੇ ਇੱਥੇ ਇੰਡੀਆ ਦੇ ਵਿੱਚ ਜਦੋਂ ਵਾਪਸ ਆਏ, ਇਹਨਾਂ ਦੇ ਜਿਹੜੇ ਹੈਂਡਲਰਸ ਨੇ ਦੋਨੋਂ, ਉਹ ਮਲੇਸ਼ੀਆ ਤੇ ਪਾਕਿਸਤਾਨ ਨੇ,
ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਇਹਨਾਂ ਨੇ ਕੰਸਾਈਨਮੈਂਟ ਇੱਥੋਂ ਰਿਸੀਵ ਕਰਕੇ ਤੇ ਅੱਗੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਪਹੁੰਚਾਉਣੀ ਵੀ ਸੀ। ਤੇ ਜੋ ਲੱਗਦਾ ਪ੍ਰੀਲਿਮਿਨਰੀ ਪੁੱਛਗਿੱਛ ਤੋਂ ਕੋਈ ਸ਼ਾਂਤੀ ਭੰਗ ਕਰਨ ਵਾਸਤੇ ਇਹਨਾਂ ਨੇ ਕੋਈ ਨਾ ਕੋਈ ਵਾਰਦਾਤ ਕਰਵਾਉਣੀ ਸੀ ਜਾਂ ਲੋਕਾਂ ਨੂੰ ਪਹੁੰਚਾਉਣੇ ਸੀਗੇ, ਕਿਉਂਕਿ ਪੰਜੋ ਹੀ ਬੜੇ ਸੋਫਿਸਟੀਕੇਟਡ ਵੈਪਨ ਨੇ। ਔਰ ਇਹਦੇ ਜਸਪ੍ਰੀਤ ਚੌਹਾਨ ਹੈ ਏਲੀਅਸ ਕਾਲੂ, ਇਹ ਜੇ ਆਪਾਂ ਦੇਖੀਏ ਬਰਨਾਲੇ ਦਾ ਰਹਿਣ ਵਾਲਾ ਹੈ, ਡਿਸਟ੍ਰਿਕਟ ਬਰਨਾਲਾ, ਮਾਲਵਾ ਰੀਜਨ ਦਾ ਹੋ ਗਿਆ, 26 ਸਾਲ ਦਾ ਹੈਗਾ, ਅਨਐਮਪਲੋਇਡ ਹੈ। ਹਰਪ੍ਰੀਤ ਏਲੀਅਸ ਹੈਪੀ, ਇਹ ਫਤਿਹਗੜ੍ਹ ਚੂੜੀਆਂ ਬਟਾਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ, BAMS ਦੀ ਡਿਗਰੀ ਕੀਤੀ ਹੈ, ਡਾਕਟਰੀ ਦਾ ਜਿਹੜਾ ਲੋਕਲ ਲੈਵਲ ਤੱਕ ਕੰਮ ਕਰਦਾ ਹੈ ਆਯੁਰਵੈਦਿਕ। ਤੇਜਵੀਰ ਏਲੀਅਸ ਤੇਜੀ, ਇਹ ਹਰੀਕੇ ਦਾ ਡਿਸਟ੍ਰਿਕਟ ਤਰਨਤਾਰਨ ਦਾ, ਇਹ ਜ਼ਿਮੀਂਦਾਰੀ ਦਾ ਕੰਮ ਕਰਦਾ, ਖੇਤੀਬਾੜੀ ਦਾ। ਇਹਨਾਂ ਨੂੰ ਫਤਿਹਗੜ੍ਹ ਚੂੜੀਆਂ ਰੋਡ ਤੋਂ ਸਦਰ ਥਾਣੇ ਦੇ ਵਿੱਚ ਸਾਡੀ CIA ਪਾਰਟੀ ਲੈਡ ਬਾਏ ਇੰਸਪੈਕਟਰ ਮੋਲਕਦੀਪ ਸਿੰਘ, ਜਿਨ੍ਹਾਂ ਦੀ ਸੁਪਰਵਿਜ਼ਨ ਯਾਦਵਿੰਦਰ ਜੀ ਸਾਡੇ ACP ਔਰ ਜਗਵਿੰਦਰ ਸਾਡੇ ADCP ਸਾਹਿਬ ਇਨਵੈਸਟੀਗੇਸ਼ਨ, ਤੇ ਓਵਰਆਲ ਸੁਪਰਵਿਜ਼ਨ DCP ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਜੀ ਦੀ ਸੀ। ਔਰ ਇਹਦੇ ਤੋਂ ਜਿਹੜੀ ਮੁੱਢਲੀ ਪੁੱਛਗਿੱਛ ਤੇ ਇਹੀ ਗੱਲ ਆਈ ਹੈ ਕਿ ਜਿਹੜੇ ਬਾਹਰਲੇ ਹੈਂਡਲਰ ਨੇ ਅਜੇ ਵੀ ਐਕਟਿਵ ਨੇ, ਔਰ ਇਹਨਾਂ ਬੰਦਿਆਂ ਨੂੰ ਉਹਨਾਂ ਨੇ ਉੱਥੋਂ ਵਾਪਸ ਆਇਆਂ ਨੂੰ ਵੀ ਯੂਜ਼ ਕੀਤਾ। ਪਾਕਿਸਤਾਨ ਬੇਸਡ ਹੈਂਡਲਰ ਵੀ ਸਾਹਮਣੇ ਆਏ ਆ, ਮਲੇਸ਼ੀਆ ਵਾਲੇ ਵੀ, ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ। ਇਸ ਤੋਂ ਇਲਾਵਾ ਜਿਹੜਾ ਦੂਜਾ ਵੀ ਬੜਾ ਇੰਪੋਰਟੈਂਟ ਨਾਰਕੋ ਡਰੱਗ ਨੈਟਵਰਕ ਹੈਗਾ ਜਿਹੜਾ ਬਸਟ ਕੀਤਾ ਗਿਆ, ਇਹ ਜਿਹੜਾ 6 ਬੰਦੇ ਇਹਦੇ 'ਚ ਫੜੇ ਗਏ ਆ। ਉਹ ਸਭ ਤੋਂ ਪਹਿਲਾਂ ਦਾਨਿਸ਼ ਨੂੰ ਫੜਿਆ ਗਿਆ, ਉਹਦੇ ਤੋਂ ਹਾਲਾਂਕਿ ਕੁਆਂਟੀਟੀ ਤਾਂ ਬੜੀ ਥੋੜੀ ਸੀਗੀ ਤੇ ਉਹ 150 ਗ੍ਰਾਮ ਹੀਰੋਇਨ ਸੀਗੀ। ਦਾਨਿਸ਼ ਏਲੀਅਸ ਗੱਗੂ ਇਹ ਹੈਗਾ ਕੋਟ ਖਾਲਸਾ ਦਾ ਰਹਿਣ ਵਾਲਾ। ਪਹਿਲਾਂ ਇਹਦੇ ਖਿਲਾਫ 3 ਕੇਸ ਦਰਜ ਨੇ, ਆਰਮਜ਼ ਐਕਟ, NDPS ਐਕਟ, ਲੜਾਈ ਝਗੜੇ ਦੇ ਤੇ ਚੋਰੀ ਦੇ। ਇਹਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਕਿ ਜਿਹੜੇ ਕੁਝ ਡਰੱਗ ਦੇ ਪੈਸੇ ਨੇ ਹਵਾਲਾ ਰਾਹੀਂ ਬਾਹਰ ਭੇਜੇ ਜਾਂਦੇ, ਦੁਬਈ ਦਾ ਐਂਗਲ ਸ਼ੁਰੂ ਹੋਇਆ। ਸਲੋਨੀ ਵਾਈਫ ਆਫ ਦੀਪਾ ਸਿੰਘ, ਇਹ ਕੋਟ ਖਾਲਸਾ ਦੀ ਲੇਡੀ ਹੈ, ਇਹ ਫਿਰ ਨੈਕਸਟ ਡੇ ਅਰੈਸਟ ਹੋਈ ਇਸ ਕੇਸ 'ਚ। ਉਸ ਤੋਂ ਬਾਅਦ ਜੋਬਨਪ੍ਰੀਤ ਏਲੀਅਸ ਜੋਬਨ, ਇਹ ਆਪਣੇ ਜੰਡਿਆਲਾ ਗੁਰੂ ਦੇ ਏਰੀਏ ਦਾ ਰਹਿਣ ਵਾਲਾ, ਅੰਮ੍ਰਿਤਸਰ ਰੂਰਲ ਦਾ, ਸਿਕਿਉਰਿਟੀ ਗਾਰਡ ਦਾ ਨੌਕਰੀ ਕਰਦਾ ਮੋਹਾਲੀ ਦੇ ਵਿੱਚ। ਕੁਲਵਿੰਦਰ, ਇਹ ਮਿਹਰਬਾਨ ਲੁਧਿਆਣੇ ਦਾ ਰਹਿਣ ਵਾਲਾ, ਇਹ ਟੈਕਸੀ ਡਰਾਈਵਰ ਦਾ ਕੰਮ ਕਰਦਾ, ਜ਼ਿਆਦਾਤਰ ਮੋਹਾਲੀ ਹੁੰਦਾ। ਅਬਦੁਲ ਰਹਿਮਾਨ, ਇਹ ਕਰਨਾਟਕਾ ਦੇ ਵਿੱਚ ਗਲੌਰ ਦਾ ਰਹਿਣ ਵਾਲਾ, ਇਹ ਇੰਪੋਰਟੈਂਟ ਬੰਦਾ, ਇਹ ਅਦਰਕ ਦਾ ਡੀਲਰ ਹੈ, ਜਿੰਜਰ ਡੀਲਰ ਹੈਗਾ। ਤੇ ਪ੍ਰਦੀਪ ਪਿੰਟੂ, ਇਹ ਵੀ ਗਲੌਰ ਕਰਨਾਟਕਾ ਦਾ ਰਹਿਣ ਵਾਲਾ, ਇਹ ਵੀ ਜਿੰਜਰ ਦਾ ਅਦਰਕ ਦਾ ਹੀ ਕੰਮ ਕਰਦਾ। ਇਹ 2 ਬੰਦੇ ਜਿਹੜੇ ਬੜੇ ਇੰਪੋਰਟੈਂਟ ਹੈ, ਦਿੱਲੀ ਬੇਸਡ ਨੇ ਪਰ ਪਿੱਛੋਂ ਬੰਗਲੌਰ ਤੇ ਉੱਥੇ ਕਰਨਾਟਕਾ ਦੇ ਵਿੱਚੋਂ ਬਿਲੋਂਗ ਕਰਦੇ ਨੇ, ਉਸ ਏਰੀਏ ਤੋਂ। ਇਹ ਬੇਸਿਕਲੀ ਇੱਥੇ ਆਏ ਸੀਗੇ ਇਹ ਸਾਰੀ ਪੈਸੇ ਲੈਣ। ਇਹਨਾਂ ਤੋਂ 9,07,000 ਰੁਪਏ ਜਿਹੜੀ ਡਰੱਗ ਮਨੀ, ਹਵਾਲਾ ਮਨੀ ਜਿਹਨੂੰ ਆਪਾਂ ਕਹਿ ਸਕਦੇ ਹੋ, ਬਰਾਮਦ ਹੋਈ। ਔਰ ਇਹਨਾਂ ਦੇ ਜਿਹੜੇ ਤਾਰ ਹੈ ਉਹ ਦੁਬਈ 'ਚ ਜੁੜੇ ਹੋਏ ਆ। ਰਿਕਵਰੀ ਨਾਲ ਇਹ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਨੈਟਵਰਕ ਜਿਹੜਾ ਹਵਾਲੇ ਦਾ, ਉਹਦੇ ਨਾਲ ਹੀ ਇਹ ਪ੍ਰਫੁੱਲਤ ਹੁੰਦਾ ਜਿਹੜਾ ਡਰੱਗ ਟ੍ਰੇਡ ਹੈਗਾ। ਸੋ ਇਹਦੇ 'ਚ ਵੀ ਬੜੀ ਅੱਛੀ ਸਕਸੈਸ ਮਿਲੀ ਹੈ ਟੀਮ ਨੂੰ। प्रधानमंत्री नरेंद्र मोदी त्रिनिदाद एंड टोबैगो पहुंच चुके हैं। त्रिनिदाद और टोबैगो की प्रधानमंत्री कमला प्रसाद बिसेसर ने गुलदस्ता देकर PM मोदी का स्वागत किया। प्रधानमंत्री के स्वागत में मौजूद कुछ बच्चों ने भी उन्हें गुलदस्ते भेंट किए। प्रधानमंत्री नरेंद्र मोदी अपने विदेश प्रवास की कड़ी में घाना के बाद त्रिनिदाद एंड टोबैगो पहुंचे हैं। देश की राजधानी पोर्ट ऑफ स्पेन के पियार्को अंतर्राष्ट्रीय हवाई अड्डे पर पहुंचने के बाद PM मोदी का स्वागत खुद देश के प्रधानमंत्री ने किया। रिपोर्ट के अनुसार PM मोदी इस कैरेबियन देश के निमंत्रण पर 2 दिवसीय दौरा कर रहे हैं। PM मोदी 3 और 4 जुलाई को त्रिनिदाद और टोबैगो में रहेंगे। कैरेबियन देश की आधिकारिक यात्रा पर पहुंचे प्रधानमंत्री मोदी पहली बार इस देश के दौरे पर आए हैं। 1999 के बाद प्रधानमंत्री स्तर का ये पहला द्विपक्षीय दौरा है। प्रधानमंत्री मोदी त्रिनिदाद और टोबैगो की राष्ट्रपति क्रिस्टिन कार्ला कंगालू और प्रधानमंत्री कमला प्रसाद बिसेसर के साथ द्विपक्षीय बातचीत भी करेंगे। मोगा के पुराने एवं प्रसिद्ध
हरबंस नर्सिंग होम के संचालक एवं पाथवेज ग्लोबल स्कूल के संचालक डॉक्टर अनिल जीत कंबोज उर्फ नन्नी कंबोज को एक अज्ञात व्यक्ति ने गोली मार दी और भाग गया। इस घटना से पूरे इलाके में दहशत का माहौल पैदा हो गया। जिक्र योग है कि डॉक्टर अनिल जीत कंबोज को पहले भी जान से मारने की धमकियां मिल चुकी हैं। प्राप्त जानकारी के अनुसार घटना दोपहर करीब 1 बजे हुई, जब वे मेन चौक के पास अपने क्लिनिक पर मौजूद थे। उनकी हालत गंभीर बताई गई है। ਤੇ ਡਾਕਟਰ ਨਲਜੀਤ ਸਿੰਘ ਕੰਬੋਜ ਹੈ ਕੋਟੀ ਸਿੱਖਾਂ ਤੋਂ, ਉੱਥੇ ਪ੍ਰੈਕਟਿਸ ਕਰਦੇ ਆ, ਹਰਬੰਸ ਨਰਸਿੰਗ ਹੋਮ ਹੈ ਇਹਨਾਂ ਦਾ। ਉੱਥੇ ਕੋਈ ਗਨ ਸ਼ਾਟ ਹੋਇਆ ਹੈ, ਗੋਲੀ ਮਾਰੀ ਕਿਸੇ ਨੇ। ਕੋਟੀ ਸਿੱਖਾਂ ਤੋਂ ਆਇਆ ਹੈ, ਤਕਰੀਬਨ ਪੌਣਾ ਘੰਟਾ ਪਹਿਲਾਂ ਆਇਆ ਸਾਡੇ ਕੋਲ, 1:15 ਵਜੇ। ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈਗੀ ਹੈ, ਇੱਕ ਐਗਜ਼ਿਟ ਵੂੰਡ ਵੀ ਹੈਗਾ ਰਾਈਟ ਸਾਈਡ ਤੇ। ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ, ਇੱਕ ਗੋਲੀ ਆਰ ਪਾਰ ਵੀ ਨਿਕਲੀ ਹੋਈ ਐਬਡੋਮਨ ਦੇ ਵਿੱਚ ਦੀ। ਕੰਡੀਸ਼ਨ ਸਰ ਇਸ ਵੇਲੇ ਤਾਂ ਕ੍ਰਿਟੀਕਲ ਹੈ, ਪੇਸ਼ੈਂਟ ਵੈਂਟੀਲੇਟਰ ਤੇ ਹੈ, ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ। ਇੱਥੇ ਹਰਬੰਸ ਨਰਸਿੰਗ ਹੋਮ ਤੇ 2 ਅਣਪਛਾਤੇ ਬੰਦੇ ਆਏ ਸੀ, ਜਿਨ੍ਹਾਂ ਨੇ ਪਹਿਲਾਂ ਇਹਨਾਂ ਤੋਂ ਡਾਕਟਰ ਸਾਹਿਬ ਤੋਂ ट्रीटमेंट लिया, दवाई वगैरह का पूछा, फिर बाद से एक बंदे ने फायर करते। ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ CCTV ਕੈਮਰਿਆਂ ਤੋਂ ਵੀ ਸਾਨੂੰ ਕਲੂਜ਼ ਮਿਲੇ ਹੈ। ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਟ੍ਰੇਸ ਕਰਦੇ ਹਾਂ। ਕਾਰਨ ਕੀ ਰਿਹਾ ਸਰ, ਕੋਈ ਥ੍ਰੈਟ ਵਗੈਰਾ ਸੀ ਜਾਂ ਕਿਵੇਂ? ਉਹ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਟ ਇਹਨੂੰ ਕਰ ਰਹੇ ਹਾਂ ਤੇ ਜੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਊਗੀ ਉਹ ਤੁਹਾਨੂੰ ਅਸੀਂ ਦੱਸਾਂਗੇ। ਗੋਲੀਆਂ ਕਿੰਨਾਂ ਦੇ ਲੱਗੀਆਂ ਸਰ, ਕਿੰਨੀਆਂ ਗੋਲੀਆਂ ਲੱਗੀਆਂ? 2 ਗੋਲੀਆਂ ਇਹਨਾਂ ਦੇ ਲੱਗੀਆਂ ਜੀ, ਇੱਕ ਚੈਸਟ ਦੇ ਵਿੱਚ ਥੋੜੇ ਥੱਲੇ ਪਾਸੇ, ਇੱਕ ਬਾਂਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ, ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ। ਡਾਕਟਰ ਸਾਹਿਬ ਦੀ ਲੱਗੀਆਂ ਜੀ ਗੋਲੀਆਂ ਅਨਿਲ ਕੰਬੋਜ? ਹਾਂਜੀ ਡਾਕਟਰ ਸਾਹਿਬ। ਤੇ ਸਰ ਪਹਿਚਾਣ ਚ ਆ ਰਹੀ ਹੈ? CCTV ਫੁਟੇਜ ਤੋਂ ਸਾਨੂੰ ਕਲੂਜ਼ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ। ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਹਜੇ ਚੱਲ ਰਹੀ ਹੈ। आय से अधिक संपत्ति मामले में गिरफ्तार श्रोमणी अकाली दल के वरिष्ठ नेता एवं पूर्व मंत्री विक्रम सिंह मजीठिया की याचिका पर पंजाब एवं हरियाणा हाई कोर्ट में फिर सुनवाई हुई। विक्रम सिंह मजीठिया को हाई कोर्ट से कोई राहत नहीं मिली है। इस दौरान उनकी 4 दिन की नई रिमांड पर बहस हुई। मामला गुरुवार को कोर्ट में था, लेकिन रिमांड आदेश कोर्ट में पहुंचने के बाद सुनवाई स्थगित कर दी गई थी। हालांकि आदेश की कॉपी सुनवाई पूरी होने के बाद ही कोर्ट में पहुंची। अब इस मामले की सुनवाई 8 जुलाई दिन मंगलवार को फिर से होगी। देखो जी, विक्रम मजीठिया साहब की इलीगल अरेस्ट ते सबसीक्वेंट रिमांड ਇਹਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ, ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹੀਅਰਿੰਗ ਦੇ ਲਈ ਆਈ ਸੀ, ਕਿਉਂਕਿ ਪਹਿਲਾਂ ਕੱਲ ਉਹਦੇ 'ਚ ਹੀਅਰਿੰਗ ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਸੀ ਤੇ ਪਰਸੋਂ ਇੱਕ ਨਵਾਂ ਫਰੈਸ਼ ਆਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ ਔਨ ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ। ਕੱਲ ਕੋਰਟ ਦੇ ਵਿੱਚ ਉਹ ਫਿਰ ਜਿਹੜਾ ਸਬਸੀਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ ਔਨ ਰਿਕਾਰਡ ਕਰਤਾ ਸੀ ਐਪਲੀਕੇਸ਼ਨ ਲਗਾ ਕੇ, ਪਰ ਉਹਦੇ 'ਚ ਫਿਰ ਇੱਕ ਅਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ। ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ। ਉਹ ਤੋਂ ਬਾਅਦ ਜਿਹੜਾ ਅਮੈਂਡਮੈਂਟ ਇੱਕ ਅਮੈਂਡਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ 'ਚ ਡੇਟ ਨੂੰ ਬਦਲ ਕੇ ਫਿਰ 6 ਜੁਲਾਈ ਕਰ ਦਿੱਤਾ ਗਿਆ। ਸੋ ਅੱਜ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਔਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਅਮੈਂਡਡ ਰਿਮਾਂਡ ਆਰਡਰ ਆ ਗਿਆ। ਸੋ ਹੁਣ ਦੁਬਾਰਾ ਟਿਊਜ਼ਡੇ ਨੂੰ ਇਹ ਕੇਸ ਦੀ ਹੀਅਰਿੰਗ ਹੋਏਗੀ। ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਹੈ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ ਕੋਰਟ ਨੇ ਕਿਹਾ ਕਿ ਫਰੈਸ਼ ਐਪਲੀਕੇਸ਼ਨ ਤੁਸੀਂ ਵਿਡਰਾਅ ਕੀਤੀ ਕਿ ਫਰੈਸ਼ ਐਪਲੀਕੇਸ਼ਨ ਬਹੁਤ ਤਰੀਕੇ ਨਾਲ ਪਾਓ ਕਿਉਂਕਿ ਇਹਦੇ ਵਿੱਚ ਅਮੈਂਡਮੈਂਟ ਜਿਹੜੀ ਤੁਸੀਂ ਪਰਮਿਸ਼ਨ ਲੈਣੀ ਸੀ। ਨਹੀਂ, ਪਹਿਲਾਂ ਜਿਹੜੀ ਐਪਲੀਕੇਸ਼ਨ ਅਸੀਂ ਮੂਵ ਕੀਤੀ ਹੈ ਕਿਉਂਕਿ ਕੱਲ ਕੋਰਟ ਦੇ ਵਿੱਚ ਹੀ ਕੱਲ ਸਵੇਰ ਤੱਕ ਇਹ ਰਿਮਾਂਡ ਆਰਡਰ ਨਹੀਂ ਆਇਆ ਸੀ। ਕੋਰਟ ਦੇ ਜਦੋਂ ਇਹ ਹੀਅਰਿੰਗ ਤੋਂ ਬਾਅਦ ਹੀ ਇਹ ਐਪਲੀਕੇਸ਼ਨ ਮੂਵ ਕੀਤੀ ਗਈ ਸੀ, ਪਰ ਜਿੱਦਾਂ ਮੈਂ ਕਿਹਾ ਕਿ ਹੁਣ ਇੱਕ ਫਰੈਸ਼ ਰਿਮਾਂਡ ਆਰਡਰ ਹੋਰ ਆ ਗਿਆ, ਇੱਕ ਅਮੈਂਡਡ ਫਰੈਸ਼ ਰਿਮਾਂਡ ਆਰਡਰ ਜਿਹੜਾ ਅੱਜ ਆ ਗਿਆ। ਸੋ ਵੀ ਇੱਕ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਹੁਣ ਇਹ ਦੋਨੋਂ ਆਰਡਰਸ, ਕਿਉਂਕਿ ਇਹ ਜਿਹੜਾ ਅੱਜ ਆਰਡਰ ਆਇਆ ਇਹ ਵੀ ਉਸੇ ਆਰਡਰ ਦਾ ਸਬਸੀਕੁਐਂਟ ਪਾਰਟ ਹੈ। ਸੋ ਹੁਣ ਇੱਕ ਐਪਲੀਕੇਸ਼ਨ ਲਗਾ ਕੇ ਪਲੇਸ ਔਨ ਰਿਕਾਰਡ ਦੀ
ਇਹ ਦੋਨੋਂ ਆਰਡਰਸ ਕੰਬਾਈਨਡ ਇਸ ਪਟੀਸ਼ਨ ਦੇ ਵਿੱਚ ਪਲੇਸ ਔਨ ਰਿਕਾਰਡ ਕਰਨੇ ਨੇ। ਕਲੀਅਰ ਜੀ, ਉਹਦੇ ਲਈ ਅੱਜ ਐਡਜਰਨ ਹੋਇਆ ਟਿਊਜ਼ਡੇ ਵਾਸਤੇ। ਤੁਸੀਂ ਕਹਿ ਰਹੇ ਹੋ ਕਿ ਫਰੈਸ਼ ਰਿਮਾਂਡ ਆਰਡਰ ਇੱਕ ਕੱਲ ਜਿਹੜਾ ਆਇਆ ਸੀਗਾ ਅੱਜ ਫੇਰ ਆ ਗਿਆ। ਅੱਜ ਇੱਕ ਅਮੈਂਡਡ ਨਵਾਂ ਸੁਭਾ ਆ ਗਿਆ ਜਿਹਦੇ ਚ ਜਿਹੜਾ ਕੱਲ ਆਰਡਰ ਹੈ ਉਹਦੇ ਚ ਹੈਗਾ 5 ਜੁਲਾਈ ਦੀ ਡੇਟ ਹੈ। ਹੁਣ ਜਿਹੜਾ ਅਮੈਂਡਡ ਆਇਆ ਉਹਦੇ ਚ 6 ਜੁਲਾਈ ਡੇਟ ਸ਼ੋ ਹੋ ਰਹੀ ਹੈ। ਸੋ ਦੋਨੋਂ ਆਰਡਰਸ ਨੂੰ ਕੰਬਾਈਨ ਕਰਕੇ ਇੱਕ ਫਰੈਸ਼ ਜਿਹੜੀ ਐਪਲੀਕੇਸ਼ਨ ਔਨ ਰਿਕਾਰਡ ਲਗਾ ਕੇ ਉਹ ਦੋਨੋਂ ਆਰਡਰਸ ਨੂੰ ਪਲੇਸ ਔਨ ਰਿਕਾਰਡ ਮੰਗਲਵਾਰ ਸੁਣਵਾਈ ਹੋਣੀ ਹੈ। ਹੁਣ ਮੰਗਲਵਾਰ ਨੂੰ ਇਸ ਕੇਸ ਦੀ ਸੁਣਵਾਈ ਹੋਣੀ। एप्लीकेशन ਅਸੀਂ ਅੱਜ ਹੀ ਕੋर्ट ਦੇ ਵਿੱਚ ਫਾਈਲ ਕਰ ਦਾਂਗੇ ਜੋ प्रॉपर ड्यू प्रोसीजर है। खरड़ से कुराली जाते हुए प्राइवेट और सरकारी बस में भयानक हादसा हो गया। हादसे में 10 से 12 लोग गंभीर घायल हो गए। मौके पर एम्बुलेंस को बुलाकर घायलों को अस्पताल दाखिल करवाया गया है। हादसे की सूचना मिलते ही सड़क सुरक्षा फोर्स मौके पर पहुंची और घटना का जायजा लिया। मौके पर दोनों बस चालकों में बहसबाजी भी हुई। दोनों चालक एक दूसरे पर आरोप प्रत्यारोप लगाते हुए दिखे। फिलहाल मौके पर पहुंची पुलिस ने मामले की जांच शुरू कर दी है। प्राइवेट बस में सवार लोगों ने कहा कि वे चंडीगढ़ से जम्मू जा रहे थे कि हादसा हो गया। बस की डिग्गी में उनका सामान पड़ा था। पीछे से बस क्षतिग्रस्त होने के चलते उनका सामान बाहर नहीं निकल पा रहा, जिससे वे अब दूसरी बस भी नहीं ले सकती, जिससे उन्हें काफ़ी परेशानी का सामना करना पड़ रहा है। अमृतसर के बाबा बोहड़ कहे जाने वाले वरिष्ठ कांग्रेसी नेता रघुनंदन लाल भाटिया का 104वां जन्मदिवस भाटिया वेलफेयर ऑर्गेनाइजेशन द्वारा स्मृति दिवस के रूप में मनाया गया। इस अवसर पर लोकसभा सदस्य गुरजीत सिंह औजला और उत्तरी विधानसभा से एमएलए कुंवर विजय प्रताप सिंह विशेष रूप से उपस्थित हुए। इस अवसर पर गुरजीत सिंह औजला ने स्वर्गीय रघुनंदन लाल भाटिया को श्रद्धांजलि देते हुए कहा कि भाटिया साहिब की राजनीति एक खुली किताब की तरह रही। उनसे बहुत कुछ सीखने को मिला। उन्होंने आगे कहा कि भाटिया साहिब ने सादगी से अपना जीवन व्यतीत किया। वे बेदाग शख्सियत के मालिक थे। इस अवसर पर गिनी भाटिया, सुरेंद्र भाटिया, महेंद्र सिंह भाटिया, कमलजीत सिंह भाटिया, शक्ति भाटिया, मुकेश भाटिया, करण भाटिया, पवन भाटिया, संजीव भाटिया, रमेश भाटिया, दलजीत सिंह भाटिया सहित कई गणमान्य भी उपस्थित रहे। अमृतसर से हलचल के लिए सुनील खोसला की रिपोर्ट। ਅੱਜ ਸਾਡੇ ਬਹੁਤ ਹੀ ਮਰਹੂਮ ਨੇਤਾ ਸਵਰਗੀ ਰਘੁਨੰਦਨ ਲਾਲ ਭਾਟੀਆ ਜੀ ਦਾ ਜਨਮ ਦਿਨ ਹੈ। ਉਹਨਾਂ ਨੂੰ ਯਾਦ ਦੇ ਵਿੱਚ ਇਹਨਾਂ ਨੇ ਇੱਕ ਸੰਗੀਤਮਈ ਸ਼ਾਮ ਰੱਖੀ ਸੀ ਔਰ ਉਹਨਾਂ ਨੂੰ ਸ਼ਰਧਾਂਜਲੀ ਪ੍ਰੋਗਰਾਮ ਦਿੱਤਾ ਗਿਆ ਔਰ ਮੈਂ ਉਹਦੇ ਵਿੱਚ ਹਾਜ਼ਰ ਹੋਇਆ। ਰਘੁਨੰਦਨ ਲਾਲ ਭਾਟੀਆ ਜੋ ਕਿ ਇਸ ਨਗਰੀ ਦੇ ਬਹੁਤ ਹੀ मतलब उच्च कोटि के नेता होए ने देश के और वो 6 बार इतों मैंबर पार्लीमेंट बने ने। अलग अलग समय के गवर्नर रहे ने, केरला दे, बिहार दे और विदेश मंत्री भी रहे ने और बड़िया उच्चिया पोस्टां ते रहे ने। जो उहदे नाल दी नाल उन्होंने कांग्रेस पार्टी च बहुत वड्डी सेवा की। यूपी वर्गे स्टेट के इंचार्ज रहे ने, अलग अलग स्टेटां दे विच उन्हां नूं ड्यूटी मिली है और बहुत जिहड़े राजनीतिक लोग है उन्हां दे हत्थां दे विच उन्हां दी कार्यशैली नूं वेखदे होए कांग्रेस पार्टी ने जुड़े आ और उन्हों का पिक जोड़ा अज कोई मुख मंत्री बने, कोई मंत्री बने, कोई MLA MP बने। सो मैं भी उस शाम के अज इन्हों के नाल इत्थे हाज़र होए हैं और उन्होंने याद किया है। याद दे विच अज असीं सारे इत्थे भाटिया वेलफेयर ऑर्गेनाइजेशन नूं असीं इकट्ठे होए हैं। ये अज उन्हां दा एक जन्म दिहाड़ा जिहदे विच सारिआं ने फैसला कीता सी कि असीं गैट टूगैदर करनी आ ਜਿਹਦੇ ਵਿੱਚ ਸਾਰਿਆਂ ਨੂੰ ਉਹਨਾਂ ਦੀ ਜੀਵਨ ਬਾਰੇ ਤੇ ਬੋਲਣਾ ਹੈ। ਇਹਦੇ ਵਿੱਚ ਸਾਨੂੰ ਆਪਣੇ ਸਰਦਾਰ ਔਜਲਾ ਜੀ ਨੇ ਆਣ ਕੇ ਸਾਡੀ ਬੜੀ ਮਾਣ ਤੇ ਸ਼ਾਨ ਨੂੰ ਵਧਾਇਆ। ਇਹ ਜਿਹੜੀ ਸਾਡੀ ਪ੍ਰਪੋਜ਼ਲ ਸੀ ਕਿ ਜਿਹੜਾ ਇਹਨਾਂ ਦਾ ਬਣਾਉਣ ਬਾਰੇ ਉਹ ਸਾਡੇ ਸਰਦਾਰ ਮਹਿੰਦਰ ਸਿੰਘ ਭਾਟੀਆ ਬ੍ਰਿਗੇਡੀਅਰ ਜੀ ਨੇ ਸਾਨੂੰ 2-3 ਮਹੀਨੇ ਤੋਂ ਕਹਿ ਰਹੇ ਸੀ ਕਿ ਉਹਨਾਂ ਦਾ ਕੋਈ ਜਨਮ ਦਿਨ ਮਨਾਓ ਜਾਂ ਉਹਨਾਂ ਦੀ ਯਾਦ ਦੇ ਵਿੱਚ ਕੋਈ ਨਾ ਕੋਈ ਇਕੱਠੇ ਹੋ। ਸੋ ਅਸੀਂ ਕੀਤਾ। ਭਾਟੀਆ ਸਾਹਿਬ ਦਾ ਬਾਰੇ ਮੈਂ ਦੱਸਿਆ ਸੀ ਕਿ ਉਹ ਇੱਕ ਸੰਤ ਰੂਪ ਸੀ ਜਿਨ੍ਹਾਂ ਨੇ ਬੜੀ ਸਾਦਗੀ ਨਾਲ ਆਪਣੀ ਜ਼ਿੰਦਗੀ ਬਿਤਾਈ ਤੇ ਪੋਲੀਟੀਕਲ ਆਪਣੀ ਲਾਈਫ ਦੇ ਵਿੱਚ ਵੀ ਬੜੇ ਸਾਦਗੀ ਢੰਗ ਰੱਖਿਆ। ਉਹ ਮਿਨਿਸਟਰ ਵੀ ਰਹੇ, ਗਵਰਨਰ ਵੀ ਰਹੇ, ਫਿਰ ਵੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਾਫੀ ਸਿੰਪਲਸਿਟੀ ਤੇ ਸੱਚਾਈ ਨੂੰ ਉਹਨਾਂ ਨੇ ਮੰਨ ਕੇ ਆਪਣਾ ਸਾਰਾ ਉਹਨਾਂ ਨੇ ਕੈਰੀਅਰ ਪਾਇਆ ਤੇ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਲਾਈਫ ਸਟਾਰਟ ਕੀਤੀ ਹੈ। ਉਹ ਸਾਡੀ ਭਾਟੀਆ ਬਰਾਦਰੀ ਦੀ ਸਾਰੀ ਇੰਡੀਆ ਦੇ ਵਿੱਚ ਉਹ ਆਨ ਬਾਨ ਤੇ ਸ਼ਾਨ ਰਹੇ ਨੇ ਤੇ ਸਾਰੀ ਇਹ ਸਾਡੀ ਬਰਾਦਰੀ ਨੂੰ ਉਹਨਾਂ ਨੇ ਚੰਗੇ ਪਾਸੇ ਸਾਨੂੰ ਇਹ ਆ ਕਿ ਵੀ ਸ਼ੁੱਡ ਫਾਲੋ ਹਿਸ ਸਟੈਪਸ ਜੋ ਉਹਨਾਂ ਨੇ ਕਿਹਾ ਆ
ਜੋ ਉਹਨਾਂ ਨੇ ਸਾਨੂੰ ਸਿਧਾਂਤ ਦਿੱਤੇ ਆ, ਜੋ ਸਾਨੂੰ ਉਹਨਾਂ ਨੇ ਅਸੂਲ ਦਿੱਤੇ ਆ, ਜੋ ਸਾਨੂੰ ਵਿਚਾਰਤਾ ਦਿੱਤੀ ਆ, ਸਾਨੂੰ ਉਹਦੇ ਉੱਤੇ ਪੂਰਨਿਆਂ ਤੇ ਚੱਲਣਾ ਚਾਹੀਦਾ ਤੇ ਆਪਣੇ ਭਰਾ ਦੀ ਅੱਗੇ ਵਧਾਉਣਾ ਚਾਹੀਦਾ। ਜੱਸੀ 104ਵਾਂ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਲਈ ਇੱਥੇ ਇਕੱਠੇ ਹੋਏ ਆ। ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਕਿਉਂਕਿ ਭਾਟੀਆ ਸਾਹਿਬ ਦੀ ਦੇਣ ਬਹੁਤ ਲੰਬੀ ਹੈ। ਇਹ ਸ਼ਹਿਰ ਦੇ ਜਿਹੜੇ 6 ਵਾਰੀ ਮੈਂਬਰ ਪਾਰਲੀਮੈਂਟ ਬਣ ਕੇ ਆਏ ਅਤੇ ਉਹਨਾਂ ਦੇ ਪਰਿਵਾਰ ਦੀਆਂ ਦੇਣੀਆਂ ਇਸ ਸ਼ਹਿਰ ਦੀ ਬਹੁਤ ਹੈ। ਸੋ ਜਿਸ ਤਰ੍ਹਾਂ ਮੇਰੇ ਤੋਂ ਪਹਿਲੇ ਮੇਰੇ ਸਾਥੀ ਨੇ ਔਜਲਾ ਸਾਹਿਬ ਨੇ ਬੜੇ ਵਿਸਤਾਰਪੂਰਵਕ ਉਹਨਾਂ ਬਾਰੇ ਜੀਵਨੀ ਬਾਰੇ ਦੱਸੇ, ਸੋ ਇਸ ਤਰ੍ਹਾਂ ਹੀ ਅਸੀਂ ਸ਼ਹਿਰ ਦੇ ਵਿੱਚ ਚਾਹੇ ਕੋਈ ਵੀ ਐਮਪੀ ਬਣੇ, ਐਮਐਲਏ ਬਣੇ, ਅਗਰ ਉਹ ਸ਼ਹਿਰ ਲਈ, ਆਪਣੇ ਮੁਲਕ ਲਈ, ਆਪਣੇ ਦੇਸ਼ ਲਈ, ਆਪਣੇ ਸਟੇਟ ਲਈ ਕੰਮ ਕਰਦਾ ਹੈ ਤੇ ਉਹਦੀ ਜਾਇਜ਼ਾਕਾਰ ਤੇ ਹੁੰਦੀ ਰਹਿੰਦੀ ਹੈ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ, ਅੱਜ ਦੇ ਦਿਹਾੜੇ ਤੇ ਉਹਨਾਂ ਨੂੰ ਆਪਣੀ ਦਿਲੀ ਸ਼ਰਧਾ ਜ਼ਰੂਰ ਭੇਟ ਲਈ। जंडियाला गुरु के मलियाना रोड मोहल्ला शेखुपुरा निवासी शमशेर सिंह का 1.5 महीने पहले एक्सीडेंट हो गया था, जिससे वह कोमा में चला गया है, जिसका अमृतसर के एक निजी अस्पताल में इलाज चल रहा था। लेकिन इलाज का खर्च अधिक और बर्दाश्त से बाहर होने के कारण पीड़ित शमशेर सिंह को परिवार वाले घर ले आए। इस दौरान पारिवारिक सदस्यों ने बताया कि घटना के बाद शमशेर सिंह पर 2 अलग अलग अस्पतालों में लगभग 10 लाख रुपयों तक का खर्च वे कर चुके हैं और अब उनके पास कोई पैसा नहीं बचा। उन्होंने कहा कि घर पर ही अटेंडेंट का महीने का खर्च 50,000 रुपये है और वेंटिलेटर को चलाने के लिए घर में जनरेटर लगाया गया है। इसके अलावा दवाओं का भी खर्च हो रहा है, जो अब उनके लिए करना बेहद मुश्किल हो गया है। इसलिए पीड़ित परिवार ने एनआरआई भाइयों, समाजसेवी संस्थाओं, दानी सज्जनों और सरकार से गुहार लगाई है कि उनकी आर्थिक मदद की जाए ताकि वे शमशेर सिंह का इलाज करवा सकें। जंडियाला गुरु से हलचल के लिए अश्विनी शर्मा की रिपोर्ट। एक्सीडेंट होया जी, ड्यूटी तो आउंदे आउंदे एक्सीडेंट हो गया जी। कितना दिन हो गया? 1.5 महीना हो गया जी। डॉक्टर कहंदे आ भी हुण घर लै जाओ तुसीं ते घर जाके इलाज करो ਤੇ ਪੈਸਿਆਂ ਵੱਲੋਂ ਤੰਗੀ ਹੈਗੀ ਜੇ, ਜਿੰਨੇ ਪੈਸੇ ਹੈਗੇ ਉਹ ਲਾ ਦਿੱਤੇ ਹੈਗੇ ਆ ਭੈਣ ਭਰਾਵਾਂ ਕੋਲ ਫੜ ਕੇ। ਇਲਾਜ ਬਸ ਇਸ ਤਰ੍ਹਾਂ ਹੀ ਅਜੇ ਪੈਸਾ ਕੋਈ ਨਹੀਂ ਹੈਗਾ, ਭੈਣ ਭਰਾ ਹੀ ਮਦਦ ਕਰਦਾ ਪਿਆ ਹੈਗਾ ਵਾ। ਭੈਣ ਜਿਹੜਾ ਹੁਣ ਇਸ ਟਾਈਮ ਖਰਚਾ ਕਰ ਰਿਹਾ ਉਹ ਕੌਣ ਕਰ ਰਿਹਾ? ਕੋਈ ਨਹੀਂ ਕਰਦਾ ਪਿਆ ਜੇ, ਬਾਕੀ ਭੈਣ ਭਰਾ ਹੀ ਗਲੀ ਗਵਾਂਢੀ ਆ ਕਰੀ ਜਾਂਦੇ ਹੈਗੇ ਆ। ਜਿਹੜਾ ਕੈਂਡੀਡੇਟ ਦਾ ਕੀ ਮੈਡਮ ਦਾ ਕਿੰਨਾ ਖਰਚਾ ਹੈ? ਇਹਦਾ 50,000 ਖਰਚਾ ਜੀ। ਹੋਰ ਕਿੰਨਾ ਖਰਚਾ ਹੋ ਜਾਂਦਾ? ਖਰਚਾ ਪਾ ਕੇ ਲੱਖ ਰੁਪਈਆ ਹੋ ਜਾਂਦਾ ਜੀ। ਘਰ ਦੇ ਖਰਚੇ ਮਤਲਬ ਕਿ ਅਜੇ ਬਹੁਤ ਔਖਾ ਹੋਇਆ ਵੀ ਘਰ ਕੁਛ ਨਹੀਂ ਹੈਗਾ। ਕੀ ਮੰਗ ਕਰਦੇ? ਮੰਗ ਇਹ ਵੀ ਮੇਰੀ ਮਦਦ ਕੀਤੀ ਜਾਵੇ। ਗੱਲ ਇਹ ਜੀ, ਪ੍ਰਾਈਵੇਟ ਜੋਬ ਕਰਦੇ ਤਰਨਤਾਰਨ ਇਹਨਾਂ ਦੇ ਕੋਈ ਆਪਣੇ ਗਏ ਕੰਮ ਤੇ, ਉੱਥੋਂ ਵਾਪਸੀ ਆਉਂਦੇ ਹੀ ਸ਼ਾਮ ਨੂੰ ਤੇ ਬੰਡਾਲੇ ਲਾਗੇ ਆ ਕੇ ਕੋਈ ਅੱਗੇ ਸਾਈਕਲ ਵਾਲਾ ਆ ਗਿਆ ਐਕਟਿਵਾ ਤੇ ਜਾਂ ਉਹਨੂੰ ਬਚਾਉਂਦੇ ਇਹਨਾਂ ਦਾ ਐਕਸੀਡੈਂਟ ਹੋ ਗਿਆ। ਆਪ ਐਕਟਿਵਾ ਡਿੱਗ ਪਈ ਜਾਂ ਥੱਲੇ ਵੱਜ ਗਿਆ ਤੇ ਉੱਥੋਂ ਹੀ ਉਹਨਾਂ ਲੋਕਾਂ ਨੇ ਚੁੱਕ ਕੇ ਪਲਸ ਹਸਪਤਾਲ ਮਕਬੂਲਪੁਰਾ ਉੱਥੇ ਲੈ ਗਏ। ਉੱਥੇ ਲੈ ਗਏ ਤੇ ਉਹਨਾਂ ਫਿਰ ਇਲਾਜ ਲੂਜ ਕੀਤਾ। 10 ਦਿਨ ਉੱਥੇ ਲੱਗੇ, ਉਹਨਾਂ ਵੀ 3-4 ਲੱਖ ਰੁਪਈਆ ਲੈ ਲਿਆ ਤੇ ਲੈ ਕੇ ਜਦੋਂ ਵੇਖਿਆ ਵੀ ਹੁਣ ਨਹੀਂ ਠੀਕ ਹੋਏ, ਕੋਮਾ 'ਚ ਚਲ ਗਈ, ਸਥਿਤੀ ਕੋਮਾ ਨਹੀਂ ਹੋ ਗਈ ਇਹਨਾਂ ਦੀ, ਫਿਰ ਇਹਨਾਂ KD ਹਸਪਤਾਲ ਉਹਨਾਂ ਸ਼ਿਫਟ ਕਰ ਦਿੱਤਾ। ਉੱਥੇ ਵੀ 5-6 ਲੱਖ ਰੁਪਏ ਇਹਨਾਂ ਦਾ ਲੱਗ ਚੁੱਕਾ ਵਾ। ਉੱਥੇ ਵੀ ਉਹਨਾਂ ਜਦੋਂ ਵੇਖਿਆ ਵੀ ਹੁਣ ਇਹਨਾਂ ਕੋਲ ਪੈਸੇ ਤੇ ਅੱਗੋਂ ਹੈ ਨਹੀਂ ਹੁਣ ਇਲਾਜ ਕਰਾਉਣ ਲਈ, ਤੇ ਉਹਨਾਂ ਘਰੇ ਹੀ ਕਿਹਾ ਵੀ ਇਹਨੂੰ ਲੈ ਜਾਓ ਤੇ ਨਾਲ ਉਹਨਾਂ ਨਰਸ ਭੇਜਤੀ ਜੋ ਵੀ ਇਹਦਾ ਘਰੇ ਇਲਾਜ ਕਰਾਓ। ਇਹਦਾ 50,000 ਰੁਪਇਆ ਮਹੀਨਾ ਇਹਦਾ ਪੈਣਾ ਇਹਨਾਂ ਨੂੰ। ਹਾਂ, ਜਿਹੜੀ ਆਇਆ ਡਾਕਟਰ ਆਈ ਹੈ ਨਾਲ। ਹਾਂਜੀ, ਅੰਦਰ ਇਲਾਜ ਆ, ਕੋਮਾ ਜਿਹਾ, ਕੋਈ ਬੋਲਦੇ ਨਹੀਂ, ਕੋਈ ਸੁਣਦੇ ਨਹੀਂ, ਚੁੱਪਚਾਪ ਆ। ਤੇ ਪਰਿਵਾਰ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਆ। ਜਿੰਨਾ ਇਹਨਾਂ ਕੋਲ ਪੈਸਾ ਸੀ, ਇਹਨਾਂ ਨੇ ਭੈਣ ਭਰਾਵਾਂ ਨੇ, ਆਂਢ ਗੁਆਂਢ ਮਹੱਲਾ ਵਾਸੀਆਂ ਬਹੁਤ ਮਦਦ ਕੀਤੀ ਆ, ਸਾਰਿਆਂ ਦਾ ਧੰਨਵਾਦ। ਤੇ ਹੁਣ ਉਹ ਵੀ ਆਪੋ ਆਪਣੀ ਘਰੋਂ ਘਰੀ, ਹਰ ਇੱਕ ਦੇ ਹਾਲਾਤ ਇੱਦਾਂ ਦੇ ਆ, ਜਿੰਨਾ ਕਿਸੇ ਨੇ ਦਿੱਤਾ ਉਹਨਾਂ ਦਾ ਧੰਨਵਾਦ। ਤੇ ਹੁਣ ਇਹ ਆ ਵੀ ਇਸ ਵੇਲੇ ਹਾਲਾਤ ਇਹਨਾਂ ਦੇ ਬਹੁਤ ਮਾੜੇ ਆ। 14/5/2025 ਨੂੰ ਕੰਮ ਤੋਂ ਆ ਰਹੇ ਸੀ ਆਪਣਾ, ਸ਼ਾਮ ਦੇ ਟਾਈਮ ਇਹਨਾਂ ਦਾ ਐਕਸੀਡੈਂਟ ਹੋ ਗਿਆ ਛੋਟਾ ਜਿਹਾ, ਸਾਈਕਲ ਦੇ ਵਿੱਚ ਵੱਜਣ ਕਰਕੇ ਉਹਨੂੰ ਬਚਾਉਂਦੇ ਆਪ ਡਿੱਗ ਪਿਆ। ਇਹਨਾਂ ਨੂੰ ਹਸਪੀਟਲ ਖੜਿਆ ਗਿਆ ਵਾ, ਉੱਥੇ ਪਲਸ ਹਸਪੀਟਲ ਇਹਨਾਂ ਦਾ ਇਲਾਜ ਚੱਲਿਆ ਵਾ। 10 ਕੁ ਦਿਨ ਇਹਨਾਂ ਦਾ ਇਲਾਜ ਚੱਲਿਆ। ਕੋਈ ਜ਼ਿਆਦਾ ਪ੍ਰੋਬਲਮ ਆਉਣ ਕਰਕੇ ਸਾਨੂੰ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਉੱਥੇ ਅਸੀਂ 5-7 ਲੱਖ ਰੁਪਇਆ ਲਾ ਚੁੱਕੇ ਸੀ। ਸਾਨੂੰ ਇਲਾਜ ਦਿੱਤਾ ਕਿ ਤੁਸੀਂ ਕਿਤੇ ਹੋਰ ਲੈ ਜਾਓ। ਅਸੀਂ KD ਹਸਪੀਟਲ ਲੈ ਗਏ ਮਜੀਠਾ ਰੋਡ 'ਤੇ, ਉਹਨਾਂ ਨੇ ਵੀ ਸਾਡਾ 15 ਤੋਂ 20 ਦਿਨ ਇਲਾਜ ਚੱਲਿਆ ਸਾਡਾ। ਉੱਥੇ ਵੀ ਅਸੀਂ 5 ਤੋਂ 6 ਲੱਖ ਰੁਪਇਆ ਉੱਥੇ ਵੀ ਲਾ ਚੁੱਕੇ ਹਾਂ। ਜੋ ਸਾਡੇ ਕੋਲ ਹੈਗਾ ਅਸੀਂ ਲਾ ਚੁੱਕੇ। ਹੁਣ ਡਾਕਟਰ ਕਹਿੰਦੇ ਆ ਕਿ ਪੈਸਿਆਂ ਦੇ ਕਰਕੇ ਡਾਕਟਰ ਕਹਿੰਦੇ ਆ ਘਰ ਲੈ ਜਾਓ, ਘਰ ਜਾ ਕੇ ਤੁਸੀਂ ਸੇਵਾ ਕਰੋ, ਇਹਨਾਂ ਦੀ ਘਰ ਹੀ ਕੰਮ ਚੈੱਕਅਪ ਕਰੋ, ਇਹਨਾਂ ਦਾ ਜੋ ਵੀ ਹੈਗਾ ਵਾ। ਕੇਅਰ ਟੇਕਰ ਦਿੱਤੀ ਸਾਨੂੰ ਇੱਕ 50,000 ਰੁਪਇਆ, ਉਹ ਸਾਡੇ ਕੋਲ ਮਹੀਨਾ ਲੈਂਦੀ ਆ। ਮੈਡੀਸਿਨ ਚੱਲ ਰਹੀ ਆ,
ਮੈਡੀਸਨ ਦਾ ਕੋਈ ਪਤਾ ਨਹੀਂ ਕਿੰਨੇ ਦੀ ਦਵਾਈ ਆਉਣੀ, ਕਿੰਨੇ ਦੀ ਰੋਜ਼ 50-60 ਹਜ਼ਾਰ ਦੀ ਮੈਡੀਸਨ ਲੈ ਕੇ ਚੱਲੋ ਮਹੀਨੇ ਦੀ। ਘਰ ਦਾ ਖਰਚਾ ਵਾ, ਫਿਰ ਬੱਤੀ ਦਾ ਖਰਚਾ ਵਾ, ਫਿਰ ਬੇਟਾ ਵਾ ਛੋਟਾ ਸਾਰਾ 14-15 ਸਾਲਾਂ ਦਾ 10ਵੀਂ क्लास 'ਚ पढ़ता ਪਿਆ ਵਾ। SS जैन सभा में चातुर्मास मंगलमय प्रवेश सदर बाजार श्री संघ के तत्वावधान में युग पुरुष उप प्रवर्तक सुभाष मुनि, प्रवचन दिवाकर सुधीर मुनि, श्रुत वागेश्वरी साध्वी डॉक्टर अर्चना आदि ठाणा 5 के पावन सानिध्य में हुआ। इस अवसर पर SS जैन सभा के अध्यक्ष प्रेमचंद जैन ने बताया कि जैन स्थानक में मंगल में प्रवेश के लिए शोभा यात्रा निकाली गई, जो कि जैन हैप्पी मॉडल स्कूल से चलकर हंडियाया बाजार से होते हुए सदर बाजार स्थित जैन स्थानक में संपन्न हुई, जहां सभी के लिए गौतम प्रसादी की व्यवस्था की गई। उन्होंने बताया कि बाल यति स्वामी ज्ञानचंद जी महाराज, तपस्वी रतन पन्नालाल जी महाराज और कवि चक्र चूड़ामणि चंदन मुनि जी की पुण्य भूमि बरनाला में है। चातुर्मास 10 जुलाई दिन गुरुवार से प्रारंभ है। प्रतिदिन प्रवचन का समय प्रातः 8 बजे से 9 बजे पर्यंत रहेगा। इस अवसर पर संघ संचालक अचल जैन, प्रधान प्रेमचंद जैन, उप प्रधान डॉक्टर अरिहंत जैन, महामंत्री सुनील जैन, कैशियर वेद प्रकाश जैन, संघ सलाहकार रजनीश जैन, संघ संगठन मंत्री डॉक्टर जीवन जैन सहित असंख्य भक्तजन भी उपस्थित रहे। बरनाला से हलचल के लिए विनोद शर्मा की रिपोर्ट। चतुर्मास हम जैन संत 8 महीने पाठ विहार करते हैं, जगह जगह घूमते हुए धर्म का प्रचार करते हुए, भगवान महावीर के सिद्धांतों की अलग जगाते हुए प्राणी मात्र के हित के लिए हम धर्म का प्रचार करते हैं, वीतराग वाणी से जोड़ते हैं। 4 महीने एक स्थान पर रहकर हम धर्म ध्यान में स्वयं भी नियोजित होते हैं और 4 महीने प्रवचन की गंगा निरंतर बहेगी, स्वाध्याय और चिंतन की बिजलियां चमकेंगी। जैसे प्रकृति में बरसात होती है, वर्षा होगी, इसी प्रकार हमारे भी हृदय घट में ज्ञान की वर्षा होनी चाहिए, चिंतन की बिजलियां चमकनी चाहिए। इस अहोभाव को लेकर हम 4 महीने बरनाला में यह रहेंगे। प्रतिदिन प्रवचन होगा और प्रवचन के समय सत्संग में जो भी आएंगे वो ज्ञान से क्या होंगे, लाभान्वित होंगे। प्रकृति का नियम है कि बचपन में शक्ति होती है पर पैसा नहीं होता, जवानी में शक्ति है लेकिन समय नहीं होता, बुढ़ापे के अंदर पैसा भी है पर शक्ति नहीं है। तो जीवन के अंदर हम यही लोगों को समझाना चाहते हैं कि प्रकृति का नियम है कि जो समय हमारा हर्ष उल्लास के साथ, आनंद के साथ, प्रेम के साथ, मैत्री के साथ बीत जाए, वो समय दोबारा लौटकर नहीं आता। जिंदगी का कोई भरोसा नहीं, आज है कल नहीं रहेंगे। मैं प्रेम जैन, प्रधान जैन सभा बरनाला। आज चतुर्मास शुरू होने जा रहा है। आज की शोभा यात्रा जैन हैप्पी मॉडल स्कूल से चलती हुई नचते टपते हुए हंडियाया बाजार, सदर बाजार, SI जैन सभा सदर बाजार में पहुंची। वहाँ पर 2 चतुर्मास होने जा रहे हैं। श्री युग पुरुष सुभाष मुनि जी महाराज, थाने 2, भारत सिंघनी, डॉक्टर अर्चना जी महाराज, थाने 5 का चतुर्मास 10 जुलाई से प्रारंभ हो जाएगा। प्रवचन रोजाना 8:15 से 9:15 बजे तक हुआ करेंगे। हमारे पास चतुर्मास 21वां मैं अपनी प्रधानगी में 21वां चतुर्मास करवा रहा हूँ। मैं 2002 से प्रधानगी पद पर हूँ। वैसे दिन चाहे प्रवचन 10 जुलाई तो शुरू हो जाना। सारे मिलजुल के प्रवचन सुनो, धर्म का लाभ लो, सारे आप आओ और हम लेके आओ। प्रवचन रोजाना 8:15 ਤੋਂ 9:15 बजे तक सदर बाजार 'ਚ ਹੋਣਾ ਕਰਨਾ। ਅੱਜ 2025 ਦੇ ਵਿੱਚ ਯੁਗ ਪੁਰਸ਼ ਸ਼੍ਰੀ ਸੁਭਾਸ਼ ਮੁਨੀ ਜੀ ਮਹਾਰਾਜ, प्रवचन दिवाकर श्री सुधीर मुनि जी महाराज तथा श्रुत बागेश्वरी डॉक्टर श्री अर्चना जी महाराज, थाने 5 का चतुर्मास आज बरनाला में इसमें प्रवेश हुआ और उनका चतुर्मास इस श्री संघ बरनाला को मिला है। आज जैन हैप्पी मॉडल स्कूल से उनकी शोभा यात्रा प्रवेश के लिए शुरू हुई
और सदर बाजार, हंडियाया बाजार से होते हुए जैन स्थानक में पहुंची। श्री गुरु जी महाराज तथा गुरनी जी महाराज 4 महीने यहाँ पर रहेंगे और हमें धर्म उपदेश देंगे। सभी से यही बेनती है कि इन 4 महीनों में यहाँ पर जैन सभा में धर्म लाभ लेने के लिए आए, खुद भी आए और औरों को भी लाए। इस 4 महीनों में आप धर्म, तप और दान का लाभ लें, यही सभी से बेनती है। सिद्ध शक्तिपीठ श्री देवी तालाब मंदिर परिसर में मासिक चौकी का आयोजन मंदिर के पावन भवन में किया गया, जिसमें प्रसिद्ध भजन गायक पवन राज ने मां भगवती का गुणगान किया। इस भजन संध्या में श्री देवी तालाब मंदिर के कैशियर पविंदर बहल, विनोद गुप्ता, राकेश गुप्ता, नरेश सहगल, अशोक भंडारी, राकेश, अजय लाली, यश चड्डा, लकी शर्मा, अर्जुन मल्होत्रा, सुदेश शर्मा, संदीप थापर, अंकित थापर, नीरज मित्तल, रॉकी भारी, शिवतंत्र शर्मा, अश्वनी हांडा, अमृत अरोड़ा, अश्वनी कपूर, विपन अग्रवाल, महेश सेठी सहित असंख्य भक्तजन भी उपस्थित रहे। अंत में विशाल भंडारे का आयोजन भी किया गया। जालंधर से हलचल के लिए कैमरामैन सुदेश भगत की रिपोर्ट। अमित हस्तीर का गत दिवस आकस्मिक निधन हो गया है। उनका अंतिम संस्कार जालंधर के मॉडल टाउन स्थित शमशान घाट में किया गया। इस दौरान स्वर्गीय अमित हस्तीर को मुखाग्नि उनके बेटे शिवांश हस्तीर ने दी। इस मौके पर पूर्व विधायक राजेंद्र बेरी, पूर्व सीपीएस केडी भंडारी, पूर्व विधायक सरबजीत सिंह मक्कड़, सोनू ढेसी, आशु सिंगला, श्रीदेवी तालाब मंदिर प्रबंधक कमेटी के महासचिव राजेश विज, चौधरी राम कुमार, प्रोफेसर विपन झांझी और
पारिवारिक सदस्यों सहित धार्मिक, सामाजिक, राजनीतिक और व्यापारिक वर्ग से जुड़े लोगों ने पहुंचकर स्वर्गीय अमित हस्तीर को नम आंखों से अंतिम विदाई दी। और अब अंत में हलचल की गतिविधियों पर एक नजर फिर से। अमृतसर तरनतारन रोड पर एक कार और ऑटो में हुई भीषण टक्कर, 4 की मौत, 6 गंभीर घायल। अमृतसर में सीआरपीएफ के पूर्व डीएसपी ने बेटे और पत्नी पर चलाई गोलियां, बेटे की हुई मौत, पत्नी गंभीर घायल। अमृतसर कमिश्नरेट पुलिस ने एक अंतर्राष्ट्रीय रैकेट का किया पर्दाफाश, 1 किलो हेरोइन, 5 आधुनिक पिस्तौल और 9,70,000 रुपयों की ड्रग मनी सहित 9 आरोपी किए काबू। इसके साथ ही अब तक की गतिविधियां समाप्त होती हैं और ताज़ा जानकारी के लिए देखते रहिए हलचल।